हेलो वेलकम यू ऑल इन माय चैनल कॉन्सेप्ट गुरु एके ते मैं हां ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਇਹ ਵੀਡੀਓ +2 ਪੋਲੀਟੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਹੈ। +2 ਪੋਲੀਟੀਕਲ ਸਾਇੰਸ ਦੇ ਏ ਪਾਰਟ ਵਿੱਚ ਜਿਹੜਾ ਚੈਪਟਰ ਹੈ, ਚੈਪਟਰ ਦਾ ਨਾਮ ਹੈ ਪੋਲੀਟੀਕਲ ਪਾਰਟੀਜ਼, ਰਾਜਨੀਤਿਕ ਦਲ। ਸੋ ਦਲ ਪ੍ਰਣਾਲੀ ਜਿਹੜੀ ਹੈ ਉਹਦੇ ਬਾਰੇ ਚੈਪਟਰ ਹੈ। ਦਲ ਪ੍ਰਣਾਲੀ ਚੈਪਟਰ ਦਾ ਨਾਮ ਵੀ ਪੋਲੀਟੀਕਲ ਪਾਰਟੀ ਸਿਸਟਮ ਹੈ, ਦਲ ਪ੍ਰਣਾਲੀ। ਸੋ ਤੁਹਾਨੂੰ ਪਤਾ ਹੀ ਹੈ, ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਰਾਜਨੀਤਿਕ ਦਲ ਪਾਏ ਜਾਂਦੇ ਨੇ, ਪੋਲੀਟੀਕਲ ਪਾਰਟੀਆਂ ਪਾਈਆਂ ਜਾਂਦੀਆਂ ਨੇ। ਇਹ ਪਾਰਟੀਆਂ ਕਿਵੇਂ ਕੰਮ ਕਰਦੀਆਂ ਨੇ, ਕਿਵੇਂ ਸਰਕਾਰ ਬਣਾਉਣ 'ਚ ਸਹਿਯੋਗੀ ਕਰਦੀਆਂ ਨੇ, ਕਿਵੇਂ ਲੋਕਤੰਤਰੀ ਦੇਸ਼ਾਂ 'ਚ ਲੋਕਾਂ ਨੂੰ ਐਜੂਕੇਟ ਕਰਦੀਆਂ, ਕਿਉਂਕਿ ਪੋਲੀਟੀਕਲ ਪਾਰਟੀਆਂ ਖਾਸ ਤੌਰ ਤੇ ਲੋਕਤੰਤਰ ਦੇਸ਼ਾਂ ਵਿੱਚ ਹੀ ਪਾਈਆਂ ਜਾਂਦੀਆਂ। ਉਹਨਾਂ ਵਿੱਚ ਇਹਨਾਂ ਦਾ ਰੋਲ ਹੁੰਦਾ, ਕਿਉਂਕਿ ਵਿਰੋਧੀ ਪਾਰਟੀ ਬਣ ਕੇ ਸਰਕਾਰ ਨੂੰ ਹਰਾ ਕੇ ਅਗਲੀ ਵਾਰ ਸਰਕਾਰ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਸੋ ਰਾਜਨੀਤਿਕ ਦਲਾਂ ਨਾਲ ਸੰਬੰਧਿਤ ਇਹ ਚੈਪਟਰ ਹੈ। ਇਹਨਾਂ ਦਾ ਕੀ ਸਿਸਟਮ ਹੁੰਦਾ ਵਾ, ਇਹ ਦਲ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ, ਇਹੀ ਅੱਜ ਆਪਾਂ ਇਸ ਵੀਡੀਓ 'ਚ ਸਿੱਖਾਂਗੇ। ਸੋ ਐਂਡ ਤੱਕ ਤੁਸੀਂ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਜਾਏ। ਸੋ ਸਭ ਤੋਂ ਪਹਿਲੇ ਪਰਿਭਾਸ਼ਾ ਦੀ ਗੱਲ ਕਰਨੀ ਹੈ। 4-5 ਵਿਦਵਾਨ ਨੇ ਜਿਹੜੇ ਰਾਜਨੀਤਿਕ ਦਲਾਂ ਬਾਰੇ ਲਿਖਦੇ ਨੇ, ਪਾਰਟੀ ਸਿਸਟਮ ਬਾਰੇ ਲਿਖਦੇ ਨੇ। ਮੈਕਾਈਵਰ ਹੈ, ਗਿਲਕ੍ਰਾਈਸਟ ਨੇ, ਲਾਸਕੀ ਨੇ। ਆਪਾਂ ਗਿਲਕ੍ਰਾਈਸਟ ਦੀ ਡੈਫੀਨੇਸ਼ਨ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਗਿਲਕ੍ਰਾਈਸਟ ਨੇ ਜਿਹੜੀ ਪਰਿਭਾਸ਼ਾ ਦਿੱਤੀ ਹੈ ਉਹਦੇ 'ਚ ਉਹਨੇ ਇਹ ਕਿਹਾ, ਰਾਜਨੀਤਿਕ ਦਲ ਸੰਗਠਿਤ ਨਾਗਰਿਕਾਂ ਦਾ ਉਹ ਸਮੂਹ ਹੈ ਜਿਨ੍ਹਾਂ ਦੇ ਰਾਜਨੀਤਿਕ ਵਿਚਾਰ ਇੱਕੋ ਜਿਹੇ ਹੋਣ ਅਤੇ ਜੋ ਰਾਜਨੀਤਿਕ ਇਕਾਈ ਵਾਂਗ ਕੰਮ ਕਰਕੇ ਸਰਕਾਰ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹੋਣ। ਭਾਵ ਸਰਕਾਰ ਤੇ ਕਬਜ਼ਾ ਕਰਨਾ, ਵਾਗਡੋਰ ਆਪਣੇ ਹੱਥਾਂ 'ਚ ਲੈਣੀ, ਇਹ ਉਹਨਾਂ ਦੀ ਕੋਸ਼ਿਸ਼ ਹੈ। ਤੇ ਸਾਰੇ ਲੋਕਾਂ ਦੀ ਰਾਜਨੀਤਿਕ ਸੋਚ ਇੱਕ ਹੁੰਦੀ ਹੈ, ਜਿਹੜੀ ਪਾਰਟੀ ਦਲ ਬਣਾਉਂਦੇ ਨੇ, ਕੋਈ ਇੱਕ ਪਾਰਟੀ ਬਣਾਉਂਦੇ ਨੇ। ਸੋ ਅਲਟੀਮੇਟਲੀ ਸਰਕਾਰ ਦੀ ਵਾਗਡੋਰ ਆਪਣੇ ਹੱਥਾਂ 'ਚ ਲੈਣਾ ਤੇ ਆਪਣੀ ਇੱਛਾ ਅਨੁਸਾਰ, ਆਪਣੀ ਮਰਜ਼ੀ ਅਨੁਸਾਰ ਜਾਂ ਦੇਸ਼ ਦੇ ਕਾਨੂੰਨ ਅਨੁਸਾਰ ਸਰਕਾਰ ਚਲਾਉਣਾ, ਜਿਹੜਾ ਉਹ ਇਹ ਚਾਹੁੰਦੀਆਂ ਨੇ, ਰਾਜਨੀਤਿਕ ਦਲ ਜਿਹੜੇ ਨੇ ਚਾਹੁੰਦੇ ਨੇ। ਸੋ ਇਹ ਗਿਲਕ੍ਰਾਈਸਟ ਹੋਣਾ ਕਿਹਾ ਵਾ, ਬਾਕੀ ਵਿਦਵਾਨਾਂ ਦਾ ਵੀ ਅਜਿਹਾ ਵਿਚਾਰ ਹੈ। ਸੋ ਇਹ ਪਰਿਭਾਸ਼ਾ ਵਾ। ਹੁਣ ਆਪਾਂ ਅੱਗੇ ਦੇਖਦੇ ਹਾਂ ਵੀ ਇੰਡੀਆ ਰਾਜਨੀਤਿਕ ਦਲਾਂ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਨੇ। ਹੁਣ ਆਪਾਂ ਵਿਸ਼ੇਸ਼ਤਾਵਾਂ ਡਿਸਕਸ ਕਰਦੇ ਹਾਂ। ਰਾਜਨੀਤਿਕ ਦਲਾਂ ਦੇ ਕੀ ਵਿਸ਼ੇਸ਼ਤਾਵਾਂ ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਹੈ ਮੁੱਢਲੇ ਸਿਧਾਂਤਾਂ ਤੇ ਇਕਮਤ। ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਬਣਨ ਦਾ ਜਿਹੜਾ ਵਿਸ਼ੇਸ਼ਤਾ ਹੀ ਸਭ ਤੋਂ ਪਹਿਲੀ ਇਹ ਹੈ ਵੀ ਉਹ ਮੁੱਢਲੇ ਸਿਧਾਂਤਾਂ ਤੇ ਇਕਮਤ ਹੁੰਦੀਆਂ ਨੇ। ਭਾਵ ਲੋਕਾਂ ਦੇ ਜਿਹੜੇ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਮੈਂਬਰ ਬਣਦੇ ਨੇ, ਉਹ ਉਸ ਪਾਰਟੀ ਦੇ ਮੁੱਢਲੇ ਸਿਧਾਂਤਾਂ ਤੇ ਬੁਨਿਆਦੀ ਸਿਧਾਂਤਾਂ ਤੇ ਇਕਮਤ ਹੁੰਦੇ ਨੇ ਤੇ ਸਾਰੇ ਉਸ ਸਿਧਾਂਤਾਂ ਨੂੰ ਮੰਨਦੇ ਨੇ ਤੇ ਸਵੀਕਾਰ ਕਰਦੇ ਨੇ। ਤਾਂ ਹੀ ਉਸ ਪਾਰਟੀ 'ਚ ਬੰਦੇ ਆਉਂਦੇ ਆ, ਤਾਂ ਹੀ ਉਹ ਦਲ ਬਣਦਾ ਵਾ। ਦੂਜਾ, ਦਲ ਬਣਨ ਦਾ ਕਾਰਨ ਹੈਗਾ, ਦਲ ਬਣਨ ਵਿੱਚ ਕੀ ਜ਼ਰੂਰੀ ਹੁੰਦਾ, ਸੰਗਠਨ। ਸੋ ਇਹ ਵੀ ਇੱਕ ਵਿਸ਼ੇਸ਼ਤਾ ਵਾ ਵੀ ਹਰੇਕ ਪੋਲੀਟੀਕਲ ਪਾਰਟੀ ਦਾ ਇੱਕ ਸੰਗਠਨ ਹੁੰਦਾ, ਆਰਗੇਨਾਈਜ਼ ਹੁੰਦੀ ਹੈ। ਉਹਦਾ ਇੱਕ ਪ੍ਰਧਾਨ, ਇੱਕ ਵਾਈਸ ਪ੍ਰਧਾਨ, ਕੈਸ਼ੀਅਰ, ਜਨਰਲ ਸੈਕਟਰੀ, ਇਹ ਸਾਰੇ ਅਹੁਦੇ ਹੁੰਦੇ ਨੇ ਤੇ ਉਹਦੇ ਅਨੁਸਾਰ ਫਿਰ ਉਹ ਪਾਰਟੀ ਅੱਗੋਂ ਕੰਮ ਕਰਨਾ ਸ਼ੁਰੂ ਕਰਦੀ ਹੈ। ਸੋ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਸੰਗਠਨ ਉਹਦੇ ਵਿੱਚ ਬਹੁਤ ਮਜ਼ਬੂਤ ਇੱਕ ਵਿਸ਼ੇਸ਼ਤਾ ਹੁੰਦੀ ਹੈ। ਭਾਵੇਂ ਵੀ ਜਿਸ ਪਾਰਟੀ ਦਾ ਸੰਗਠਨ ਮਜ਼ਬੂਤ ਹੈ, ਉਹ ਪਾਰਟੀ ਮਜ਼ਬੂਤ ਹੈ, ਉਹ ਪਾਰਟੀ ਇਲੈਕਸ਼ਨ ਜਿੱਤ ਵੀ ਸਕਦੀ ਹੈ ਤੇ ਸਰਕਾਰ ਬਣਾ ਵੀ ਸਕਦੀ ਹੈ। ਇਸ ਤੋਂ ਅੱਗੇ ਨਿਸ਼ਚਿਤ ਨੀਤੀਆਂ ਤੇ ਪ੍ਰੋਗਰਾਮ। ਹਰੇਕ ਪੋਲੀਟੀਕਲ ਪਾਰਟੀ ਦੀਆਂ ਇੱਕ ਨਿਸ਼ਚਿਤ ਨੀਤੀਆਂ ਤੇ ਪ੍ਰੋਗਰਾਮ ਨੇ, ਜਿਨ੍ਹਾਂ ਦਾ ਮੁਜ਼ਾਹਰਾ ਉਹ ਚੋਣ ਮੈਨੀਫੈਸਟੋ 'ਚ ਕਰਦੀਆਂ ਨੇ ਵੀ ਸਾਡੀ ਸਰਕਾਰ ਆਉਣ ਤੇ ਅਸੀਂ ਇਹ ਨੀਤੀਆਂ ਤੇ ਪ੍ਰੋਗਰਾਮ ਅਪਣਾਵਾਂਗੇ। ਸੋ ਹਰੇਕ ਪੋਲੀਟੀਕਲ ਪਾਰਟੀ ਜਿਹੜੀ ਬਣਦੀ ਹੈ, ਉਸ ਪੋਲੀਟੀਕਲ ਪਾਰਟੀ ਦਾ ਇੱਕ ਨਿਸ਼ਚਿਤ ਰਿਟਨ ਨੀਤੀਆਂ ਤੇ ਪ੍ਰੋਗਰਾਮ ਹੁੰਦਾ, ਜਿਨ੍ਹਾਂ ਅਨੁਸਾਰ ਉਹ ਚਲਦੀਆਂ ਨੇ। ਭਾਵੇਂ ਉਹ ਵਿਰੋਧੀ ਧਿਰ ਹੋਣ ਤੇ ਭਾਵੇਂ ਸਰਕਾਰ 'ਚ ਹੋਣ, ਉਹਦੇ ਅਨੁਸਾਰ ਹੀ ਫਿਰ ਉਹ ਆਪਣੀਆਂ ਪਾਲਿਸੀਆਂ ਬਣਾਉਂਦੀਆਂ ਨੇ। ਨੈਕਸਟ ਹੈਗਾ ਵਿਸ਼ੇਸ਼ਤਾ ਇਹਦੀ, ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ। ਹਰੇਕ ਪੋਲੀਟੀਕਲ ਪਾਰਟੀ ਜਿਹੜੀ ਹੈ, ਭਾਵੇਂ ਉਹਦਾ ਸੰਵਿਧਾਨ 'ਚ ਜ਼ਿਕਰ ਨਹੀਂ ਹੁੰਦਾ, ਪਰ ਉਹ ਸੰਵਿਧਾਨ ਦੇ ਅਨੁਸਾਰ ਚੱਲਣ ਲਈ ਵਚਨਬੱਧ ਹੁੰਦੀਆਂ ਨੇ, ਕਿਉਂਕਿ ਸਰਕਾਰ ਬਣਾ ਕੇ ਵੀ ਉਹਨਾਂ ਨੇ ਸੰਵਿਧਾਨ ਅਨੁਸਾਰ ਚੱਲਣ ਦੀ ਸਹੁੰ ਖਾਣੀ ਹੁੰਦੀ ਹੈ। ਇਸ ਕਰਕੇ ਪਾਰਟੀਆਂ ਜਿਹੜੀਆਂ ਨੇ ਉਹ ਸਭ ਤੋਂ ਪਹਿਲੇ ਆਪਣੀਆਂ ਦੇਸ਼ ਦੇ ਜਿਸ ਵੀ ਦੇਸ਼ 'ਚ ਪਾਰਟੀ ਹੈ, ਉਸ ਦੇਸ਼ ਦੇ ਵਿੱਚ ਹੀ ਸੰਵਿਧਾਨ ਪ੍ਰਤੀ ਵਚਨਬੱਧਤਾ ਜਿਹੜੀ ਹੈ ਪਾਰਟੀਆਂ ਦਾ ਪਹਿਲਾ ਗੁਣ ਬਣ ਜਾਂਦਾ ਹੈ। ਸੋ ਨੈਕਸਟ ਹੈਗਾ ਸੱਤਾ ਪ੍ਰਾਪਤੀ ਮੁੱਖ ਉਦੇਸ਼। ਹਰੇਕ ਪੋਲੀਟੀਕਲ ਪਾਰਟੀ ਦਾ ਮੁੱਖ ਉਦੇਸ਼ ਹੁੰਦਾ ਹੈ ਸੱਤਾ ਪ੍ਰਾਪਤ ਕਰਨਾ।
ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨਾ, ਭਾਵ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਾ। ਸੋ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ, ਜਿਹੜੀ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਦੇਸ਼ 'ਚ ਹੋਏਗੀ, ਉਹਦਾ ਅਸਲ ਉਦੇਸ਼ ਇਹ ਹੈ ਵੀ ਕਦੋਂ ਮੈਨੂੰ ਮੌਕਾ ਮਿਲੇ ਤੇ ਮੈਂ ਦੇਸ਼ ਦੀ ਸਰਕਾਰ ਦੀ ਵਾਗਡੋਰ ਆਪਣੇ ਹੱਥ 'ਚ ਰਵਾਂ। ਸੋ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਪੋਲੀਟੀਕਲ ਪਾਰਟੀਆਂ ਦਾ ਮੁੱਖ ਉਦੇਸ਼ ਹੁੰਦਾ। ਨੈਕਸਟ ਹੈਗਾ ਦੇਸ਼ ਹਿੱਤ ਨੂੰ ਪਹਿਲ। ਸਾਰੀਆਂ ਪੋਲੀਟੀਕਲ ਪਾਰਟੀਆਂ ਭਾਵੇਂ ਉਹ ਕਿਸੇ ਵੀ ਆਧਾਰ ਤੇ ਬਣੀਆਂ ਹੋਣ, ਖੇਤਰੀ ਆਧਾਰ ਤੇ, ਧਰਮ ਦੇ, ਜਾਤ ਦੇ, ਭਾਸ਼ਾ ਦੇ ਆਧਾਰ ਤੇ ਬਣੀ ਹੋਣ, ਪਰ ਕੋਈ ਪੋਲੀਟੀਕਲ ਪਾਰਟੀ ਦੇਸ਼ ਹਿੱਤ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ। ਸੋ ਰਾਸ਼ਟਰੀ ਹਿੱਤ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਪਹਿਲ ਦਿੰਦੀਆਂ ਨੇ। ਉਂਝ ਭਾਵੇਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੀਆਂ ਰਹਿਣ, ਪਰ ਜਦੋਂ ਦੇਸ਼ ਹਿੱਤ ਦੀ ਵਾਰੀ ਆਉਂਦੀ ਹੈ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨਾਲ ਸਹਿਮਤ ਹੋ ਜਾਂਦੀਆਂ ਤੇ ਦੇਸ਼ ਹਿੱਤ ਨੂੰ ਪਹਿਲ ਦਿੰਦੀਆਂ। ਸੋ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵੱਖ-ਵੱਖ ਬਣਨ ਦੇ ਆਧਾਰ ਹੁੰਦੇ ਨੇ, ਭਾਵ ਕੋਈ ਪੋਲੀਟੀਕਲ ਪਾਰਟੀ ਕਿਉਂ ਬਣੀ ਹੈ, ਉਹਦਾ ਆਧਾਰ ਕੀ ਹੈ, ਕੀ ਸੋਚ ਰੱਖ ਕੇ ਪਾਰਟੀ ਬਣੀ ਹੈ, ਉਹਨੂੰ ਧਿਆਨ 'ਚ ਰੱਖਣਾ ਪੈਂਦਾ ਵੀ ਕਿਹੜੀ ਪਾਰਟੀ ਜਿਹੜੀ ਹੈ ਉਹਨਾਂ ਦਾ ਨਿਰਮਾਣ ਦਾ ਆਧਾਰ ਕੀ ਸੀ। ਸਭ ਤੋਂ ਪਹਿਲੇ ਰਾਜਨੀਤਿਕ ਆਧਾਰ। ਰਾਜਨੀਤਿਕ ਆਧਾਰ ਜਿਹੜਾ ਵਾ ਸਭ ਤੋਂ ਵਧੀਆ ਆਧਾਰ ਹੁੰਦਾ ਵਾ। ਕੋਈ ਪੋਲੀਟੀਕਲ ਪਾਰਟੀ ਸਰਕਾਰ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਉਹ ਅਜਿਹੀ ਪਾਲਿਸੀ ਤੇ ਪ੍ਰੋਗਰਾਮ ਲੈ ਕੇ ਆਉਂਦੀ ਹੈ ਜਿਹੜੀ ਰਾਜਨੀਤਿਕ ਹੋਏ, ਭਾਵ ਇਸ ਢੰਗ ਨਾਲ ਅਸੀਂ ਸਿਸਟਮ ਨੂੰ ਚਲਾਉਣਾ ਚਾਹੁੰਦੇ ਹਾਂ, ਉਹਦੇ ਆਧਾਰ ਤੇ ਆਪਾਂ ਸਰਕਾਰ ਚਲਾਵਾਂਗੇ ਤੇ ਆਪਣੇ ਦੇਸ਼ ਦਾ ਪ੍ਰਬੰਧ ਚਲਾਵਾਂਗੇ। ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀ ਜਿਹੜੀ ਹੈ, ਭਾਰਤ ਵਿੱਚ ਕਾਂਗਰਸ ਹੈ, ਬੀਜੇਪੀ ਹੈ, ਇਹ ਪਾਰਟੀਆਂ ਜਿਹੜੀਆਂ ਨੇ ਇਹਨਾਂ ਦਾ ਆਧਾਰ ਰਾਜਨੀਤਿਕ ਹੈ। ਨੈਕਸਟ ਆਰਥਿਕ ਆਧਾਰ। ਆਰਥਿਕ ਆਧਾਰ ਦਾ ਮਤਲਬ ਇਹ ਹੈ ਵੀ ਸਮਾਜ ਵਿੱਚ ਜਦੋਂ ਵੀ ਕਿਤੇ ਅਸਮਾਨਤਾ ਹੁੰਦੀ ਹੈ ਤੇ ਕੁਝ ਪੋਲੀਟੀਕਲ ਪਾਰਟੀਆਂ ਨੂੰ ਇਹ ਚੰਗਾ ਨਹੀਂ ਲੱਗਦਾ ਵੀ ਦੇਸ਼ ਵਿੱਚ ਅਸਮਾਨਤਾ ਹੋਏ। ਸੋ ਸਮਾਨਤਾ ਲਿਆਉਣ ਦੇ ਲਈ ਜਾਂ ਕੁਝ ਪਿਛੜੇ ਵਰਗ ਨੂੰ ਉੱਚਾ ਚੁੱਕਣ ਵਾਸਤੇ ਜਿਹੜੀ ਹੈ ਕੁਝ ਪੋਲੀਟੀਕਲ ਪਾਰਟੀਆਂ ਬਣਦੀਆਂ ਨੇ ਤਾਂ ਕਿ ਲੋਕਾਂ ਦੀ ਆਰਥਿਕਤਾ ਨੂੰ ਸੁਧਾਰਿਆ ਜਾ ਸਕੇ। ਸੋ ਜਿਹੜਾ ਮਾਰਕਸਵਾਦ ਦਾ ਸਿਧਾਂਤ ਸੀ, ਉਹ ਪੋਲੀਟੀਕਲ ਪਾਰਟੀ ਕਮਿਊਨਿਸਟ ਪਾਰਟੀ ਉਹਨੇ ਬੁੱਕ ਹੀ ਲਿਖ ਦਿੱਤੀ ਸੀ, ਮੈਨੀਫੈਸਟੋ ਆਫ ਕਮਿਊਨਿਸਟ ਪਾਰਟੀ। ਅਜਿਹੀ ਕਮਿਊਨਿਸਟ ਪਾਰਟੀ ਹੋਣੀ ਚਾਹੀਦੀ ਆ। ਉਹਦਾ ਆਧਾਰ ਆਰਥਿਕ ਸੀਗਾ। ਸੋ ਭਾਰਤ ਵਿੱਚ ਵੀ ਕਮਿਊਨਿਸਟ ਪਾਰਟੀ ਆਫ ਇੰਡੀਆ ਐਂਡ ਕਮਿਊਨਿਸਟ ਪਾਰਟੀ ਮਾਰਕਸਿਸਟ, ਇਹ ਦੋ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਦਾ ਆਧਾਰ ਜਿਹੜਾ ਉਹ ਆਰਥਿਕ ਹੈ। ਸੋ ਆਰਥਿਕ ਆਧਾਰ ਤੇ ਵੀ ਪਾਰਟੀਆਂ ਬਣਦੀਆਂ ਨੇ। ਇਸ ਤੋਂ ਬਾਅਦ ਧਾਰਮਿਕ ਆਧਾਰ। ਕਈ ਵਾਰ ਪੋਲੀਟੀਕਲ ਪਾਰਟੀ ਜਿਹੜੀਆਂ ਨੇ ਧਾਰਮਿਕ ਆਧਾਰਾਂ ਤੇ ਵੀ ਬਣਦੀਆਂ ਨੇ। ਇਹਦਾ ਅਰਥ ਇਹ ਹੈ ਵੀ ਧਰਮ ਦੇ ਆਧਾਰ ਤੇ ਪੋਲੀਟੀਕਲ ਪਾਰਟੀ ਬਣ ਜਾਂਦੀ ਹੈ ਤਾਂ ਕਿ ਕਿਉਂਕਿ ਉਹਨੂੰ ਪਤਾ ਵੀ ਧਰਮ ਦੇ ਆਧਾਰ ਤੇ ਲੋਕਾਂ ਨੇ ਇਕੱਠੇ ਹੋ ਜਾਣਾ, ਸੰਗਠਿਤ ਹੋ ਜਾਣਾ ਤੇ ਸਾਡੇ ਨਾਲ ਸਹਿਮਤ ਹੋ ਜਾਣਾ। ਅਸੀਂ ਉਸੇ ਹੀ ਆਧਾਰ ਨੂੰ ਲੈ ਕੇ ਤੇ ਸਰਕਾਰ ਬਣਾ ਸਕਦੇ ਹਾਂ। ਭਾਰਤ ਵਿੱਚ ਸ਼ਿਵ ਸੈਨਾ ਹੈ, ਬਜਰੰਗ ਦਲ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਮੁਸਲਿਮ ਲੀਗ ਹੈ। ਇਹਨਾਂ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਆਧਾਰ ਹੈ ਉਹ ਧਾਰਮਿਕ ਹੈ। ਨੈਕਸਟ ਹੈਗਾ ਸਮਾਜਿਕ ਆਧਾਰ। ਸਮਾਜਿਕ ਆਧਾਰ ਭਾਰਤ ਵਰਗੇ ਗਰੀਬ ਦੇਸ਼ਾਂ ਦੇ ਵਿੱਚ ਜਿਹੜੇ 'ਚ ਬਹੁਤ ਜ਼ਿਆਦਾ ਪਛੜਾਪਣ ਵੀ ਹੈਗਾ ਸੀਗਾ ਤੇ ਕੁਝ ਪੋਲੀਟੀਕਲ ਪਾਰਟੀਆਂ ਇਸ ਆਧਾਰ ਤੇ ਬਣ ਗਈਆਂ ਵੀ ਸਮਾਜ 'ਚ ਲਤਾੜੇ ਹੋਏ ਲੋਕਾਂ ਨੂੰ ਇਕੱਠਾ ਕਰਕੇ ਤੇ ਉਹਨਾਂ ਨੂੰ ਇੱਕ ਸੰਗਠਿਤ ਤਾਕਤ ਦੇ ਤੌਰ ਤੇ ਸੱਤਾ ਪ੍ਰਾਪਤੀ ਵਾਸਤੇ ਕਿਹਾ ਜਾਏ ਜਾਂ ਸੰਗਠਿਤ ਕੀਤਾ ਜਾਏ। ਬਹੁਜਨ ਸਮਾਜ ਪਾਰਟੀ ਦਾ ਨਿਰਮਾਣ, ਉਸ ਤੋਂ ਪਹਿਲਾਂ DS4 ਦਾ ਨਿਰਮਾਣ। ਇਹ ਪੋਲੀਟੀਕਲ ਪਾਰਟੀ ਜਿਹੜੀ ਨੇ ਇਹਦਾ ਆਧਾਰ ਜਿਹੜਾ ਉਹ ਸਮਾਜਿਕ ਹੈ ਤੇ ਇਸੇ ਕਰਕੇ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹ ਦੱਬੇ ਕੁਚਲੇ ਲੋਕਾਂ ਨੂੰ ਤੇ ਦਲਿਤ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ। ਸੋ ਇਹਦਾ ਆਧਾਰ ਜਿਹੜਾ ਉਹ ਸਮਾਜਿਕ ਹੈ। ਖੇਤਰੀ ਆਧਾਰ ਤੇ ਸਭ ਤੋਂ ਜ਼ਿਆਦਾ ਪੋਲੀਟੀਕਲ ਪਾਰਟੀਆਂ ਭਾਰਤ ਵਿੱਚ ਨੇ ਜਿਹੜੀਆਂ ਖੇਤਰੀ ਆਧਾਰ ਤੇ ਨੇ। ਜਿਵੇਂ ਆਸਾਮ ਵਿੱਚ ਅਸਮ ਗਣ ਪ੍ਰੀਸ਼ਦ ਆਸਾਮ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ। ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਹੈ, ਜੰਮੂ ਕਸ਼ਮੀਰ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ, ਉਹ ਚਾਹੁੰਦੀ ਹੈ ਵੀ ਪੰਜਾਬ ਹੈ ਜਿਹੜਾ ਉਹ ਵਧੀਆ ਤਰੱਕੀ ਕਰ ਸਕੇ, ਉਹਨੂੰ ਆਧਾਰ ਬਣਾ ਕੇ ਚਲਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਤੇਲਗੂ ਦੇਸ਼ਮ ਪਾਰਟੀ ਹੈਗੀ ਹੈ, ਆਲ ਇੰਡੀਆ AIADMK ਪਾਰਟੀ ਹੈਗੀ ਹੈ। ਸੋ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਬੜੀਆਂ ਸਟਰੋਂਗ ਵੀ ਨੇ ਤੇ ਕਈ ਸਾਲ ਉਹਨਾਂ ਨੇ ਰਾਜਾਂ 'ਚ ਕਬਜ਼ਾ ਕੀਤਾ ਵੀ ਹੈ। ਸੋ ਖੇਤਰੀ ਆਧਾਰ ਵੀ ਪੋਲੀਟੀਕਲ ਪਾਰਟੀ ਦੇ ਬਣਨ ਦਾ ਕਾਰਨ ਹੈ। ਸੋ ਕਈ ਤਰ੍ਹਾਂ ਦੇ ਕਈ ਆਧਾਰ ਨੇ ਜਿਹੜੇ ਪੋਲੀਟੀਕਲ ਪਾਰਟੀ ਦੇ ਨਿਰਮਾਣ ਦੇ ਵਿੱਚ ਸਹਾਇਕ ਹੁੰਦੇ ਨੇ। ਪੋਲੀਟੀਕਲ ਪਾਰਟੀਆਂ ਦਾ ਅਗਲਾ ਕੰਮ ਕੀ ਹੈ? ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਅਗਲਾ ਤੇ ਮੇਨ ਤੇ ਮੁੱਖ ਕੰਮ ਕੀ ਹੁੰਦਾ ਵਾ? ਪੋਲੀਟੀਕਲ ਪਾਰਟੀਆਂ ਦਾ ਮੁੱਖ ਕੰਮ ਹੁੰਦਾ ਵਾ ਚੋਣਾਂ ਲੜਨੀਆਂ। ਸੋ ਸਰਕਾਰ ਤੇ ਕਬਜ਼ਾ ਕਰਨ ਵਾਸਤੇ ਕਿਹੜੇ-ਕਿਹੜੇ ਕੰਮ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ, ਇਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਕੰਮ ਜਿਹੜਾ ਵਾ ਇਹਨਾਂ ਦੀ ਭੂਮਿਕਾ ਕਿਹਦੇ 'ਚ ਆਉਂਦੀ? ਸਭ ਤੋਂ ਪਹਿਲੇ ਪਾਰਟੀ ਦੀਆਂ ਨੀਤੀਆਂ ਤਿਆਰ ਕਰਨਾ। ਜਦੋਂ ਕੋਈ ਪਾਰਟੀ ਬਣ ਜਾਂਦੀ ਹੈ ਤੇ ਪਾਰਟੀ
ਉਹ ਇੱਕ ਨੀਤੀਆਂ ਤੇ ਪਾਲਿਸੀ ਤਿਆਰ ਕਰਦੀ ਹੈ ਜਿਹਦੇ ਆਧਾਰ ਤੇ ਲੋਕਾਂ ਨੂੰ ਇਕੱਠਿਆਂ ਕੀਤਾ ਜਾ ਸਕੇ, ਲਾਮਬੰਦ ਕੀਤਾ ਜਾ ਸਕੇ ਤੇ ਲੋਕ ਉਹਦੀ ਗੱਲ ਮੰਨਣ ਨੂੰ ਤਿਆਰ ਹੋ ਜਾਣ। ਉਸੇ ਵਾਸਤੇ ਹੀ ਪਾਰਟੀ ਇੱਕ ਨੀਤੀਆਂ ਤੇ ਪ੍ਰੋਗਰਾਮ ਵਾਸਤੇ ਇੱਕ ਮੈਨੀਫੈਸਟੋ ਤਿਆਰ ਕਰਦੀ ਹੈ, ਜਿਹਦੇ 'ਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ ਤੇ ਜਨਤਾ ਨੂੰ ਕਿਹਾ ਜਾਂਦਾ ਵੀ ਸਾਡੀ ਸਰਕਾਰ ਬਣੇਗੀ ਤੇ ਆਪਾਂ ਅਜਿਹੀ ਪਾਲਿਸੀ ਅਪਣਾਵਾਂਗੇ। ਸੋ ਪਹਿਲਾ ਕੰਮ ਪਾਰਟੀਆਂ ਦਾ ਕੀ ਹੁੰਦਾ? ਪਾਰਟੀ ਦੀਆਂ ਨੀਤੀਆਂ ਤਿਆਰ ਕਰਨਾ। ਦੂਜਾ ਕੰਮ ਹੈ ਲੋਕ ਰਾਏ ਦਾ ਨਿਰਮਾਣ। ਲੋਕਾਂ ਦੀ ਇੱਛਾ ਅਨੁਸਾਰ ਸਰਕਾਰ ਚਲਾਉਣੀ ਹੈ ਤੇ ਲੋਕਾਂ ਨੂੰ ਸਰਕਾਰ ਦੀਆਂ ਵਰਤਮਾਨ ਸਰਕਾਰ ਦੀਆਂ ਕਮੀਆਂ ਦੱਸ ਕੇ, ਆਪਣੇ ਗੁਣ ਦੱਸ ਕੇ ਪਾਰਟੀ ਜਿਹੜੀ ਹੈ ਇੱਕ ਲੋਕ ਰਾਏ ਤਿਆਰ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਆਮ ਜਨਤਾ ਨੂੰ ਆਪਣੇ ਨਾਲ ਸਹਿਮਤ ਕਰਵਾ ਲਿਆ ਜਾਏ। ਉਸ ਤੋਂ ਬਾਅਦ ਨੈਕਸਟ ਹੈਗਾ ਰਾਜਨੀਤਿਕ ਜਾਗਰੂਕਤਾ ਲਿਆਉਣਾ। ਰਾਜਨੀਤਿਕ ਜਾਗਰੂਕਤਾ ਲਿਆਉਣ ਦਾ ਮਤਲਬ ਇਹ ਆ ਵੀ ਲੋਕਾਂ ਨੂੰ ਇੰਨੀ ਕੁ ਰਾਜਨੀਤਿਕ ਸਿੱਖਿਆ ਦੇ ਦੇਣੀ ਹੈ ਵੀ ਲੋਕ ਆਪਣੇ ਆਪ ਕਹਿਣ ਵੀ ਜਿਹੜੀ ਵਰਤਮਾਨ ਸਰਕਾਰ ਆ ਉਹ ਮਾੜੀ ਹੈ ਤੇ ਇਹਨਾਂ ਦੀ ਪਾਰਟੀ ਜਿਹੜੀ ਆ ਉਹ ਚੰਗੀ ਹੈ। ਸੋ ਇਸ ਕਰਕੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ, WhatsApp, Facebook, ਟਵਿੱਟਰ ਅਜਿਹੇ ਸਾਧਨਾਂ ਰਾਹੀਂ ਲੋਕਾਂ ਦੇ ਮਨਾਂ ਦੇ ਵਿੱਚ ਪਾਰਟੀ ਪ੍ਰਤੀ ਜਿਹੜੀ ਆ ਭਾਵਨਾ ਪੈਦਾ ਕੀਤੀ ਜਾਂਦੀ ਹੈ ਵੀ ਲੋਕ ਸਾਡੀ ਪਾਰਟੀ ਨੂੰ ਚੰਗਾ ਸਮਝਣ। ਸੋ ਰਾਜਨੀਤਿਕ ਜਾਗਰੂਕਤਾ ਵੀ ਲਿਆਉਣਾ ਜਿਹੜਾ ਰਾਜਨੀਤਿਕ ਦਲਾਂ ਦਾ ਕੰਮ ਹੈ। ਇਹਨਾਂ ਨੇ ਆਪਣੇ ਮੀਡੀਆ ਸੈੱਲ ਤਿਆਰ ਕੀਤੇ ਹੁੰਦੇ ਨੇ ਜਿਹੜੇ ਲੋਕਾਂ ਨੂੰ ਐਜੂਕੇਟ ਕਰਦੇ ਹੁੰਦੇ ਨੇ ਤੇ ਜਿਹੜੀ ਬਣੀ ਹੋਈ ਸਰਕਾਰ ਉਹਦੇ ਵਿਰੁੱਧ ਆਪਣੇ ਪ੍ਰੋਪਗੈਂਡਾ ਕਰਦੇ ਨੇ ਤੇ ਆਪਣੀ ਪਾਰਟੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਤਰ੍ਹਾਂ ਅਗਲਾ ਮੇਨ ਜਿਹੜਾ ਮੁੱਖ ਕੰਮ ਆ ਜਾਂਦਾ ਵਾ ਚੋਣਾਂ ਲੜਨੀਆਂ। ਜਦੋਂ ਵੀ ਇਲੈਕਸ਼ਨ ਹੋਣ, ਭਾਵੇਂ ਰਾਜ ਪੱਧਰੀ ਹੋਣ, ਰਾਸ਼ਟਰੀ ਪੱਧਰੀ ਹੋਣ, ਵੱਖ-ਵੱਖ ਦੇਸ਼ਾਂ 'ਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾ ਮੁੱਖ ਕੰਮ ਕੀ ਹੈ? ਚੋਣਾਂ ਲੜਨੀਆਂ, ਇਲੈਕਸ਼ਨ ਵਿੱਚ ਭਾਗ ਲੈਣਾ ਤੇ ਫਿਰ ਜ਼ੋਰ ਲਾਉਣਾ ਵੀ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨੀ। ਜੇਕਰ ਸਰਕਾਰ ਉਸ ਤੋਂ ਨੈਕਸਟ ਹੈਗਾ ਸਰਕਾਰ ਬਣਾਉਣਾ। ਜੇਕਰ ਪਾਰਟੀਆਂ ਆਪਣੇ ਕੈਂਡੀਡੇਟ ਨੂੰ ਜਿਤਾ ਪਾਉਂਦੀਆਂ ਨੇ ਤੇ ਫਿਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਤੇ ਆਪਣੀ ਪਾਰਟੀ ਦੀ ਸਰਕਾਰ ਬਣਾਉਂਦੀਆਂ ਤੇ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ਅਨੁਸਾਰ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਦੀਆਂ। ਅਗਲਾ ਕੰਮ ਪੋਲੀਟੀਕਲ ਪਾਰਟੀ ਕੀ ਕਰਦੀਆਂ ਨੇ? ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਵਿਰੋਧੀ ਦਲ, ਜੇਕਰ ਸਰਕਾਰ ਬਣ ਜੇ ਤੇ ਵਧੀਆ ਗੱਲ ਹੈ। ਜੇਕਰ ਸਰਕਾਰ ਨਾ ਬਣ ਪਾਏ, ਪਾਰਟੀ ਸਰਕਾਰ ਨਾ ਬਣ ਪਾਏ ਤੇ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੀਆਂ। ਸਰਕਾਰ ਦਾ ਵਿਰੋਧ ਕਰਦੀਆਂ ਨੇ ਤੇ ਉਹਦੀਆਂ ਪਾਲਿਸੀਆਂ ਤੇ ਪ੍ਰੋਗਰਾਮਾਂ ਦੀ ਆਲੋਚਨਾ ਕਰਦੀਆਂ ਨੇ ਤੇ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੀਆਂ ਨੇ। ਇਸ ਤੋਂ ਬਾਅਦ ਸਰਕਾਰ ਦੀ ਕਮੀਆਂ ਨੂੰ ਉਜਾਗਰ ਕਰਨਾ। ਵਿਰੋਧੀ ਧਿਰ 'ਚ ਬੈਠ ਕੇ ਪੋਲੀਟੀਕਲ ਪਾਰਟੀਆਂ ਦਾ ਕੰਮ ਹੁੰਦਾ ਹੈ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਤੇ ਜਨਤਾ ਸਾਹਮਣੇ ਲਿਆਉਣਾ ਤੇ ਇਹ ਦੱਸਣ ਦੀ ਕੋਸ਼ਿਸ਼ ਕਰਨੀ ਵੀ ਜੇਕਰ ਸਾਡੀ ਸਰਕਾਰ ਹੁੰਦੀ ਤੇ ਅਜਿਹੀਆਂ ਗਲਤੀਆਂ ਨਾ ਹੁੰਦੀਆਂ, ਇਹ ਸਰਕਾਰ ਇਹਦੀਆਂ ਗਲਤੀਆਂ ਕਰ ਰਹੀ ਹੈ। ਸੋ ਜਿਹੜੀਆਂ ਵੀ ਸਰਕਾਰ ਦੀਆਂ ਗਲਤੀਆਂ ਨੇ, ਪੋਲੀਟੀਕਲ ਪਾਰਟੀਆਂ ਦਾ ਮੁੱਖ ਉਦੇਸ਼ ਹੁੰਦਾ ਵੀ ਉਹਨਾਂ ਗਲਤੀਆਂ ਨੂੰ ਜਨਤਾ ਦੇ ਸਾਹਮਣੇ ਲਿਆਉਣਾ ਤੇ ਸਰਕਾਰ ਨੂੰ ਉਹਨਾਂ ਗਲਤੀਆਂ ਕਰਨ ਤੋਂ ਰੋਕਣਾ। ਨੈਕਸਟ ਹੈਗਾ ਲੋਕਾਂ ਤੇ ਸਰਕਾਰ 'ਚ ਚੰਗਾ ਸੰਬੰਧ ਸਥਾਪਿਤ ਕਰਨਾ। ਪੋਲੀਟੀਕਲ ਪਾਰਟੀਆਂ ਲੋਕਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਂਦੀਆਂ ਨੇ ਤੇ ਸਰਕਾਰ ਦੀਆਂ ਪਾਲਿਸੀਜ਼ ਨੂੰ ਲੋਕਾਂ ਤੱਕ ਪਹੁੰਚਾਉਂਦੀਆਂ ਨੇ। ਸੋ ਇਸ ਕਰਕੇ ਲੋਕਾਂ 'ਚ ਤੇ ਸਰਕਾਰ ਦੇ ਵਿੱਚ ਪੋਲੀਟੀਕਲ ਪਾਰਟੀਆਂ ਇੱਕ ਕੜੀ ਦੇ ਤੌਰ ਤੇ ਕੰਮ ਕਰਦੀਆਂ ਨੇ ਤੇ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਆਮ ਜਨਤਾ ਵਿੱਚ ਤੇ ਸਰਕਾਰ ਵਿੱਚ। ਤੇ ਲਾਸਟਲੀ ਰਾਸ਼ਟਰੀ ਏਕੀਕਰਨ ਤੇ ਜ਼ੋਰ। ਸਾਰੀਆਂ ਪੋਲੀਟੀਕਲ ਪਾਰਟੀ ਜਿਹੜੀਆਂ ਨੇ ਉਹ ਰਾਸ਼ਟਰੀ ਏਕੀਕਰਨ ਤੇ ਜ਼ੋਰ ਦਿੰਦੀਆਂ ਨੇ ਤਾਂ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਬਣੀ ਰਹੇ। ਸੋ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਕਾਰਜਕ੍ਰਮ ਨੇ, ਕੰਮ ਨੇ, ਭੂਮਿਕਾ ਹੈ ਲਗਭਗ ਇੱਕੋ ਜਿਹੀ ਹੁੰਦੀ ਹੈ। ਸਰਕਾਰ ਬਣਾਉਣਾ, ਜੇ ਬਣੀ ਦੀ ਸਰਕਾਰ ਦਾ ਵਿਰੋਧ ਕਰਨਾ, ਪਾਲਿਸੀਜ਼ ਨੂੰ, ਆਪਣੀ ਪਾਲਿਸੀਜ਼ ਨੂੰ ਪ੍ਰਮੋਟ ਕਰਨਾ। ਸੋ ਇਹ ਸਾਰੇ ਕੰਮ ਜਿਹੜੇ ਨੇ ਰਾਜਨੀਤਿਕ ਦਲਾਂ ਦੇ ਹੁੰਦੇ ਨੇ। ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਕਿਉਂ ਬਣਾਈਆਂ ਜਾਂਦੀਆਂ ਨੇ ਤੇ ਇਹਦੇ ਕੀ ਲਾਭ ਤੇ ਹਾਨੀਆਂ ਹੋ ਸਕਦੇ ਨੇ? ਕਿਹੜੇ ਆਮ ਜਨਤਾ ਨੂੰ ਜਾਂ ਦੇਸ਼ ਨੂੰ ਕਿਸੇ ਪੋਲੀਟੀਕਲ ਪਾਰਟੀ ਦਾ ਕੀ ਲਾਭ ਹੋ ਸਕਦਾ, ਇਹਦੇ ਬਾਰੇ ਵੀ ਆਪਾਂ ਨਾਲ ਹੀ ਡਿਸਕਸ ਕਰ ਲਈਏ। ਸੋ ਸਭ ਤੋਂ ਪਹਿਲੇ ਇਹ ਲਾਭ, ਕਿਹੜੀਆਂ ਪੋਲੀਟੀਕਲ ਪਾਰਟੀ ਜਿਹੜੀਆਂ ਨੇ ਇਹਨਾਂ ਦਾ ਕੀ ਲਾਭ ਹੁੰਦੇ ਨੇ? ਸਭ ਤੋਂ ਪਹਿਲਾ ਲਾਭ ਹੈ ਵੀ ਲੋਕਤੰਤਰ ਵਿੱਚ ਸਹਾਇਕ। ਲੋਕਤੰਤਰੀ ਦੇਸ਼ਾਂ ਦੇ ਵਿੱਚ ਜਿੱਥੇ ਸੁਤੰਤਰਤਾ, ਸਮਾਨਤਾ, ਭਾਈਚਾਰੇ ਨੂੰ ਪਹਿਲ ਦਿੱਤੀ ਜਾਂਦੀ ਹੈ, ਅਜਿਹੇ ਦੇਸ਼ਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਇੱਕ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਨੇ ਤੇ ਸਰਕਾਰਾਂ ਨੂੰ ਤੇ ਲੋਕਾਂ ਨੂੰ ਸਮਾਨਤਾ, ਸੁਤੰਤਰਤਾ ਦੇ ਬਾਰੇ ਚ ਐਜੂਕੇਟ ਕਰਦੀਆਂ ਨੇ। ਇਸ ਕਰਕੇ ਲੋਕਤੰਤਰ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੁੰਦਾ ਹੈ। ਉਹੀ ਪ੍ਰਤੀਨਿਧਾਤਮਕ ਸਰਕਾਰਾਂ ਨੂੰ ਕਾਇਮ ਕਰਦੀਆਂ ਨੇ। ਇਸ ਤੋਂ ਬਾਅਦ ਰਾਜਨੀਤਿਕ ਸਿੱਖਿਆ ਪ੍ਰਦਾਨ ਕਰਨਾ। ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਰਾਜਨੀਤਿਕ ਸਿੱਖਿਆ ਪ੍ਰਦਾਨ ਕਰਦੀਆਂ ਤੇ ਆਮ ਜਨਤਾ ਨੂੰ ਆਪਣੀ ਸਰਕਾਰ ਬਣਾਉਣ ਦੀ ਖਾਤਰ ਆਮ ਜਨਤਾ ਨੂੰ ਇਹ ਸਾਰੀ ਰਾਜਨੀਤਿਕ ਸਿੱਖਿਆ ਦਿੰਦੀਆਂ ਨੇ ਵੀ ਤੁਸੀਂ ਇਸ ਪਾਰਟੀ ਨੂੰ ਵੋਟ ਪਾਓ, ਕਿਉਂ ਪਾਓ ਤੇ ਕਿਸੇ ਦੂਜੀ ਪਾਰਟੀ ਨੂੰ ਵੋਟ ਕਿਉਂ ਨਾ ਪਾਓ। ਇਹਦੇ ਨਾਲ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਮਿਲ ਜਾਂਦੀ ਹੈ ਤੇ ਇਹਦੇ ਵਾਸਤੇ ਸਾਰੇ ਹੀ
ਹੱਥ ਕੰਡੇ ਅਪਣਾਉਂਦੀਆਂ ਨੇ। ਟੀਵੀ, ਰੇਡੀਓ, ਟੈਲੀਵਿਜ਼ਨ, ਅਖਬਾਰ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੋਕਾਂ ਨੂੰ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਐਜੂਕੇਟ ਕਰਦੀਆਂ ਨੇ। ਇਸ ਤੋਂ ਇਲਾਵਾ ਸਰਕਾਰਾਂ ਦੀਆਂ ਮਨਮਰਜ਼ੀਆਂ ਤੇ ਰੋਕ ਲਾਉਂਦੀਆਂ ਨੇ। ਸਰਕਾਰ ਮਨਮਰਜ਼ੀ ਨਾਲ ਕੋਈ ਵੀ ਕਾਨੂੰਨ ਬਿੱਲ ਪਾਸ ਨਹੀਂ ਕਰ ਸਕਦੀ ਜਦੋਂ ਤੱਕ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਸਹਿਮਤੀ ਨਾ ਹੋਏ। ਸੋ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਸਰਕਾਰ ਦਾ ਅੰਦਰ ਵੀ ਤੇ ਆਮ ਜਨਤਾ ਦੇ ਵਿੱਚ ਵੀ ਵਿਰੋਧ ਕਰਦੀਆਂ ਨੇ, ਪ੍ਰਦਰਸ਼ਨ ਕਰਦੀਆਂ ਨੇ ਤੇ ਕਾਲੇ ਬਿੱਲੇ ਲਗਾ ਕੇ ਸੰਸਦ ਸਾਹਮਣੇ ਜਾਂ ਵਿਧਾਨ ਸਭਾਵਾਂ ਸਾਹਮਣੇ ਬੈਠ ਜਾਂਦੀਆਂ ਨੇ ਕੋਈ ਵੀ ਬਿੱਲ ਦੇ ਵਿਰੋਧ ਵਿੱਚ। ਸੋ ਕੋਸ਼ਿਸ਼ ਕਰਦੀਆਂ ਨੇ ਸਰਕਾਰਾਂ ਨੂੰ ਬਿੱਲ ਰੋਕਣ ਦੀ, ਜੇ ਰੋਕ ਨਾ ਪਾਉਣ ਤੇ ਉਹਦੇ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਕੜੀ ਦੇ ਰੂਪ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕੜੀ ਦੇ ਰੂਪ ਵਿੱਚ ਕੰਮ ਕਰਦੀਆਂ ਨੇ, ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਂਦੀਆਂ ਨੇ ਤੇ ਸਰਕਾਰ ਦੀ ਇੱਛਾ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਸਮਾਜਿਕ ਤੇ ਆਰਥਿਕ ਸੁਧਾਰ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ। ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਕਾਫੀ ਲਾਭ ਹੁੰਦੇ ਨੇ। ਸੋ ਪੋਲੀਟੀਕਲ ਪਾਰਟੀਆਂ ਦੇ ਲਾਭਾਂ ਦੇ ਵਿੱਚ ਹੋਰ ਆਪਾਂ ਕਹਿ ਸਕਦੇ ਹਾਂ ਸ਼ਾਂਤਮਈ ਸੱਤਾ ਤਬਦੀਲੀ। ਸਰਕਾਰ ਜੇ ਤਬਦੀਲੀ ਹੋ ਜਾਂਦੀ ਹੈ, ਇੱਕ ਨੇਤਾ ਤੋਂ ਦੂਜਾ ਪ੍ਰਧਾਨ ਮੰਤਰੀ ਬਣ ਜਾਂਦਾ, ਇੱਕ ਰਾਸ਼ਟਰਪਤੀ ਤੋਂ ਦੂਜਾ ਰਾਸ਼ਟਰਪਤੀ ਬਣ ਜਾਂਦਾ ਤੇ ਇਹ ਪੋਲੀਟੀਕਲ ਪਾਰਟੀਆਂ ਕਰਕੇ ਸੰਭਵ ਹੋ ਪਾਉਂਦਾ। USA ਦੇ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਬਦਲ ਗਈ ਤੇ ਜੋ ਬਾਈਡਨ ਆ ਗਏ ਤੇ ਉਹਨਾਂ ਦੇ ਆਉਣ ਨਾਲ ਉਹ ਤਾਂ ਪੋਸੀਬਲ ਹੋ ਪਾਇਆ, ਸ਼ਾਂਤਮਈ ਹੋਇਆ, ਕੋਈ ਲੜਾਈ ਝਗੜਾ ਨਹੀਂ। ਭਾਰਤ ਵਿੱਚ ਵੀ ਕਿੰਨੇ ਵਾਰ ਸਰਕਾਰਾਂ ਦੀ ਤਬਦੀਲੀ ਹੋਈ ਹੈ ਪਰ ਸਰਕਾਰ ਤਬਦੀਲੀ ਦੀ ਕਦੇ ਵੀ ਜਿਹੜਾ ਵਾ ਉਹ ਕ੍ਰਾਂਤੀਕਾਰੀ ਸਾਧਨਾਂ ਦੀ ਵਰਤੋਂ ਨਹੀਂ ਕੀਤੀ ਗਈ, ਸ਼ਾਂਤਮਈ ਸਾਧਨਾਂ ਦੀ ਵਰਤੋਂ ਕੀਤੀ ਗਈ। ਸੋ ਸ਼ਾਂਤਮਈ ਸੱਤਾ ਦੀ ਤਬਦੀਲੀ ਵਾਸਤੇ ਜਿਹੜੀ ਹੈ ਪੋਲੀਟੀਕਲ ਪਾਰਟੀਆਂ ਬਹੁਤ ਜ਼ਰੂਰੀ ਨੇ। ਨੈਕਸਟ ਹੈਗਾ ਸਰਕਾਰ ਦੀ ਆਲੋਚਨਾ ਜਿਹੜੀ ਹੈ ਪੋਲੀਟੀਕਲ ਪਾਰਟੀ ਕਰਦੀ ਹੈ। ਉਹਨਾਂ ਦੀ ਕੋਈ ਵੀ ਪਾਲਿਸੀ ਜਿਹੜੀ ਹੈ ਗਲਤ ਹੋਣ ਤੇ ਰੱਜ ਕੇ ਆਲੋਚਨਾ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ। ਇਸ ਕਰਕੇ ਵੀ ਇਹ ਵੀ ਇਹਨਾਂ ਦਾ ਲਾਭ ਹੈ ਵੀ ਸਰਕਾਰ ਦੀ ਆਲੋਚਨਾ ਕਰਦੀ ਹੈ ਤੇ ਆਮ ਜਨਤਾ ਨੂੰ ਸਰਕਾਰ ਦੀ ਕਮੀ ਦਾ ਪਤਾ ਲੱਗ ਜਾਂਦਾ। ਲਾਸਟਲੀ ਸੁਤੰਤਰਤਾ ਅਧਿਕਾਰਾਂ ਦੀ ਰੱਖਿਆ। ਲੋਕਾਂ ਦੇ ਸੁਤੰਤਰਤਾਵਾਂ ਤੇ ਅਧਿਕਾਰਾਂ ਦੀ ਰੱਖਿਆ ਪੋਲੀਟੀਕਲ ਪਾਰਟੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਪੂਰੀ ਐਜੂਕੇਸ਼ਨ ਹੁੰਦੀ ਹੈ। ਇਸ ਕਰਕੇ ਉਹ ਜਨਤਾ ਨੂੰ ਜਾਗਰੂਕ ਰੱਖਦੀਆਂ ਨੇ ਤੇ ਲੋਕਾਂ ਨੂੰ ਆਪਣੇ ਅਧਿਕਾਰਾਂ ਤੇ ਕਰਤੱਵਾਂ ਦੀ ਰਾਖੀ ਵਾਸਤੇ ਪੋਲੀਟੀਕਲ ਪਾਰਟੀਆਂ ਹਮੇਸ਼ਾ ਉਹਨਾਂ ਦੇ ਨਾਲ ਖੜੀਆਂ ਰਹਿੰਦੀਆਂ ਨੇ। ਪੋਲੀਟੀਕਲ ਪਾਰਟੀਆਂ ਦੇ ਜੇ ਗੁਣ ਨੇ, ਲਾਭ ਨੇ ਤੇ ਉਹਨਾਂ ਦੇ ਕੁਝ ਔਗੁਣ ਵੀ ਨੇ, ਕੁਝ ਉਹਨਾਂ ਦੇ ਨੁਕਸਾਨ ਵੀ ਨੇ। ਸੋ ਕਿਹੜੇ ਕਿਹੜੇ ਨੁਕਸਾਨ ਨੇ ਪੋਲੀਟੀਕਲ ਪਾਰਟੀਆਂ ਦੇ? ਸਭ ਤੋਂ ਪਹਿਲਾਂ ਦਲ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਲੈਂਦੇ ਨੇ। ਜਦੋਂ ਕਿਸੇ ਪੋਲੀਟੀਕਲ ਪਾਰਟੀ ਕੋਲ ਪੂਰਨ ਬਹੁਮਤ ਆ ਜਾਂਦਾ ਤੇ ਉਹ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਲੈਂਦੇ ਨੇ ਤੇ ਆਪਣੀ ਇੱਛਾ ਅਨੁਸਾਰ ਦੇਸ਼ ਦੇ ਸਾਰੇ ਕਾਨੂੰਨ ਸਿੱਕੇ ਤੇ ਟੰਗ ਕੇ ਆਪਣੀ ਮਨਮਰਜ਼ੀ ਅਨੁਸਾਰ ਸਰਕਾਰ ਚਲਾਉਂਦੀਆਂ ਨੇ ਤੇ ਇੱਥੋਂ ਤੱਕ ਵੀ ਸੰਵਿਧਾਨ ਤੱਕ ਦੀ ਪਰਵਾਹ ਵੀ ਨਹੀਂ ਕਰਦੀਆਂ ਤੇ ਚਿਰਾਂ ਤੋਂ ਸਥਾਪਿਤ ਸੰਸਥਾਵਾਂ ਨੂੰ ਤਹਿਸ ਨਹਿਸ ਕਰਨ ਤੋਂ ਗੁਰੇਜ਼ ਵੀ ਨਹੀਂ ਕਰਦੀਆਂ। ਸੋ ਇਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਸਭ ਤੋਂ ਵੱਡਾ ਗੁਣ ਸਾਹਮਣੇ ਆਇਆ, ਔਗੁਣ ਸਾਹਮਣੇ ਆਇਆ ਵੀ ਇਹ ਜਿਹੜਾ ਪੋਲੀਟੀਕਲ ਪਾਰਟੀਆਂ ਨੇ ਜਿੱਦਾਂ ਉਹਨਾਂ ਕੋਲ ਪੂਰਨ ਬਹੁਮਤ ਪ੍ਰਾਪਤ ਹੋ ਜਾਂਦਾ ਤੇ ਫਿਰ ਇਹ ਆਪਣੀ ਇੱਛਾ ਅਨੁਸਾਰ ਪ੍ਰਬੰਧ ਚਲਾਉਣ ਲੱਗ ਪੈਂਦੀਆਂ ਨੇ ਤੇ ਪੂਰਨ ਤੌਰ ਤੇ ਤਾਨਾਸ਼ਾਹੀ ਹੋਣ ਤੋਂ ਗੁਰੇਜ਼ ਨਹੀਂ ਕਰਦੀਆਂ। ਦੂਜਾ, ਸਮੇਂ ਤੇ ਧਨ ਨੂੰ ਬਰਬਾਦ ਕਰਨਾ। ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਧਨ ਤੇ ਪੈਸਾ ਬਰਬਾਦ ਕਰਦੀਆਂ ਨੇ, ਸਮਾਂ ਬਰਬਾਦ ਕਰਦੀਆਂ ਨੇ, ਰੈਲੀਆਂ 'ਚ, ਹੜਤਾਲਾਂ 'ਚ, ਭਾਸ਼ਣਾਂ 'ਚ ਤੇ ਬਾਅਦ ਵਿੱਚ ਇਲੈਕਸ਼ਨ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਰੋੜਿਆ ਜਾਂਦਾ ਤਾਂ ਕਿ ਕਿਸੇ ਨਾ ਕਿਸੇ ਢੰਗ ਨਾਲ ਸਿੱਧੇ ਪੁੱਠੇ ਢੰਗ ਨਾਲ ਸਰਕਾਰ ਕਾਇਮ ਕੀਤੀ ਜਾ ਸਕੇ, ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨਦਾਇਕ ਚੀਜ਼ ਹੈ। ਤੀਜਾ, ਭਾਸ਼ਣਾਂ ਰਾਹੀਂ ਲੋਕਾਂ ਨੂੰ ਭਰਮਾਉਣਾ। ਪੋਲੀਟੀਕਲ ਪਾਰਟੀਆਂ ਜਿਹੜੀਆਂ ਲੱਛੇਦਾਰ ਭਾਸ਼ਣਾਂ ਰਾਹੀਂ ਲੋਕਾਂ ਨੂੰ ਭਰਮਾ ਕੇ ਗੁੰਮਰਾਹ ਕਰਕੇ ਸਰਕਾਰ ਤੇ ਕਬਜ਼ਾ ਕਰ ਲੈਂਦੇ ਨੇ ਤੇ ਸਰਕਾਰ ਚਲਾਉਣ ਲੱਗ ਪੈਂਦੇ ਨੇ ਤੇ ਜਿਹਦੇ ਨਾਲ ਫਿਰ ਬਾਅਦ ਵਿੱਚ ਲੋਕਾਂ ਨੂੰ ਨੁਕਸਾਨ ਉਠਾਉਣਾ ਪੈਂਦਾ। ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਹਰ ਤਰ੍ਹਾਂ ਦਾ ਹੱਥ ਕੰਡੇ ਅਪਣਾ ਕੇ ਸਰਕਾਰ ਤੇ ਕਬਜ਼ਾ ਕਰਨਾ ਚਾਹੁੰਦੀਆਂ। ਨੈਕਸਟ ਹੈਗਾ ਪਾਰਟੀ ਵਿੱਚ ਵਿਅਕਤੀਤਵ ਹੋਂਦ ਦਾ ਖਾਤਮਾ। ਭਾਵ ਇਹ ਹੈ ਪੋਲੀਟੀਕਲ ਪਾਰਟੀ ਦੇ ਵਿੱਚ ਪਾਰਟੀ ਵਿਅਕਤੀ ਨੂੰ ਸਾਹਮਣੇ ਰੱਖ ਕੇ ਜਿਹੜੇ ਨੇਤਾ ਨੇ ਉਹ ਆਪਣੀ ਦਿਲ ਦੀ ਇੱਛਾ ਨੂੰ ਸਾਹਮਣੇ ਨਹੀਂ ਰੱਖ ਸਕਦੇ ਤੇ ਉਹਨਾਂ ਨੂੰ ਪਾਰਟੀ ਦੀ ਲਾਈਨ ਦੇ ਨਾਲ ਸਹਿਮਤ ਹੋਣਾ ਪੈਂਦਾ, ਨੀਤੀ ਨਾਲ ਸਹਿਮਤ ਹੋਣਾ ਪੈਂਦਾ ਤੇ ਕਈ ਵਾਰ ਉਹ ਦਿਲੋਂ ਨਹੀਂ ਵੀ ਚਾਹੁੰਦੇ ਤਾਂ ਵੀ ਉਹਨਾਂ ਨੂੰ ਪਾਰਟੀ ਦੀ ਵਿਅਕਤੀ ਅਨੁਸਾਰ ਦੇ ਅੱਗੇ ਝੁਕਣਾ ਪੈਂਦਾ ਵਾ ਤੇ ਉੱਥੇ ਉਹ ਆਪਣੀ ਪਰਸਨਲ ਜਿਹੜੀ ਹੈ ਪਰਸਨੈਲਿਟੀ ਉਹ ਖੋ ਬੈਠਦੇ ਨੇ। ਨੈਕਸਟ ਹੈਗਾ ਲੋਕ ਵਿਰੋਧੀ ਗੁੱਟਾਂ 'ਚ ਵੰਡੇ ਜਾਂਦੇ ਨੇ। ਜਿਹੜੇ ਲੋਕ ਨੇ ਉਹ ਸਾਰਾ ਦੇਸ਼ ਜਿਹੜਾ ਦੋ ਵਿਰੋਧੀ ਗੁੱਟਾਂ 'ਚ ਵੰਡਿਆ ਜਾਂਦਾ ਵਾ ਤੇ ਕੁਝ ਲੋਕ ਜਿਹੜੇ ਨੇ ਇਸੇ ਆਧਾਰ ਤੇ ਆਪਣਾ ਦੰਗਾ ਫਸਾਦ ਤੇ ਲੜ ਪੈਂਦੇ ਨੇ ਵੀ ਤੁਸੀਂ ਉਸ ਪਾਰਟੀ ਦੀ ਹੋ ਤੇ ਤੁਸੀਂ ਉਸ ਪਾਰਟੀ ਦੀ ਹੋ। ਸੋ ਵਿਰੋਧੀ ਪਾਰਟੀਆਂ ਦੇ ਵਿੱਚ ਸਾਰਾ ਦੇਸ਼ ਹੈ ਜਿਹੜਾ ਵਿਰੋਧੀ ਗੁੱਟਾਂ 'ਚ ਵੰਡਿਆ ਜਾਂਦਾ।
ਸੋ ਪੋਲੀਟੀਕਲ ਪਾਰਟੀਆਂ ਦੀ ਔਗਣਾਂ ਦੇ ਵਿੱਚ ਫਿਰਕਾ ਪ੍ਰਸਤੀ ਨੂੰ ਬੜਾਵਾ ਦੇਣਾ, ਪੋਲੀਟੀਕਲ ਪਾਰਟੀਆਂ ਜਿਹੜੇ ਨੇ ਆਪਣੇ ਹਿੱਤ ਦੀ ਪੂਰਤੀ ਵਾਸਤੇ ਫਿਰਕਾ ਪ੍ਰਸਤੀ ਨੂੰ ਬੜਾਵਾ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ, ਜਿਹਦੇ ਕਰਕੇ ਕਈ ਦੇਸ਼ਾਂ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਫਿਰਕੂ ਦੰਗੇ ਨੂੰ ਉਤਸ਼ਾਹਿਤ ਕਰ ਦਿੰਦੀਆਂ ਨੇ। ਫਿਰ ਬੇਲੋੜੀ ਆਲੋਚਨਾ ਸਿਰਫ ਇਸ ਕਰਕੇ ਨਹੀਂ ਕੀਤੀ ਜਾਂਦੀ ਵੀ ਕੋਈ ਪਾਲਿਸੀ ਮਾੜੀ ਹੈ, ਸਿਰਫ ਇਸ ਕਰਕੇ ਵੀ ਅਸੀਂ ਵਿਰੋਧੀ ਪਾਰਟੀ ਆ, ਅਸੀਂ ਸਰਕਾਰ ਦੀ ਆਲੋਚਨਾ ਕਰਨੀ ਹੈ। ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਬੇਲੋੜੀ ਆਲੋਚਨਾ ਵੀ ਕਈ ਵਾਰ ਕਰਨ ਲੱਗ ਜਾਂਦੀਆਂ ਨੇ। ਤੇ ਲਾਸਟਲੀ ਵਿਅਕਤੀਗਤ ਚਰਿੱਤਰ ਹਰਨ, ਪਰਸਨਲ ਅਟੈਕ ਕੀਤੇ ਜਾਂਦੇ ਨੇ ਲੋਕਾਂ ਦੇ, ਪਰਸਨਲ ਉਹਨਾਂ ਨੂੰ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਗੱਲ ਵਿੱਚ ਸੰਮਿਲਿਤ ਕਰਕੇ ਸ਼ਾਮਲ ਕਰਕੇ ਤੇ ਉਹਨਾਂ ਦਾ ਚਰਿੱਤਰ ਹਰਨ ਕੀਤਾ ਜਾਂਦਾ ਵਾ, ਜਿਹੜਾ ਕਿ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ। ਸੋ ਇਸ ਤਰ੍ਹਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਜੇਕਰ ਉਹਨਾਂ ਦੇ ਬਹੁਤ ਜ਼ਿਆਦਾ ਗੁਣ ਨੇ ਤੇ ਕਈ ਔਗੁਣ ਵੀ ਨੇ। ਸੋ ਪਿਆਰੇ ਵਿਦਿਆਰਥੀਓ, ਅੱਜ ਇੱਥੇ ਇਸੇ ਟੌਪਿਕ ਨੂੰ ਮੈਂ ਸਮਾਪਤ ਕਰ ਰਿਹਾ ਹਾਂ। ਪੋਲੀਟੀਕਲ ਪਾਰਟੀ ਦੀਆਂ ਕਿਸਮਾਂ ਦਾ ਪਾਰਟ 2 ਲੈ ਕੇ ਜਲਦ ਤੁਹਾਡੇ ਸਾਹਮਣੇ ਆਵਾਂਗੇ। ਸੋ ਉਹ ਵੀ ਜ਼ਰੂਰ ਦੇਖਣਾ ਮੈਂ, ਇਹ ਤੇ ਉਹ ਦੋਵੇਂ ਟੌਪਿਕ ਮਿਲਾ ਕੇ ਫੇਰ ਹੀ ਦਲ ਪ੍ਰਣਾਲੀ ਵਾਲਾ ਜਿਹੜਾ ਟੌਪਿਕ ਹੈ, ਚੈਪਟਰ ਹੈ, ਉਹ ਕੰਪਲੀਟ ਹੁੰਦਾ ਵਾ। ਸੋ ਵੀਡੀਓ ਜੇਕਰ ਤੁਹਾਨੂੰ ਪਸੰਦ ਆਏ, ਚੰਗੀ ਲੱਗੇ, ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਪਹਿਲਾਂ ਵੀ ਤੁਸੀਂ ਬਹੁਤ ਕਮੈਂਟ ਕਰ ਰਹੇ ਹੋ, ਬਹੁਤ ਅੱਛੇ ਕਮੈਂਟ ਕਰਦੇ ਹੋ, ਮੈਂ ਰਿਪਲਾਈ ਵੀ ਸਾਰਿਆਂ ਦੇ ਕਰਦਾ ਵਾਂ। ਸੋ ਥੈਂਕ ਯੂ ਵੈਰੀ ਮੱਚ। ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਤੇ ਜ਼ਰੂਰ ਸਬਸਕ੍ਰਾਈਬ ਕਰਾਓ ਤੇ ਬੈਲ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਥੈਂਕ ਯੂ।